ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਸਾਂਝੀਆਂ ਕਰਨੀਆਂ। Some of these topics are very sensitive, some of them are very important. Sensitive topics ਤਾਂ ਹੁੰਦੀਆਂ ਇੰਪੋਰਟੈਂਟ ਆ। ਕਈ ਚੀਜ਼ਾਂ ਜਿਹੜੀਆਂ ਆਪਾਂ ਨਹੀਂ ਡਿਸਕਸ ਕਰਦੇ, ਆਪਣੇ ਮਨ 'ਚ ਆਪਾਂ ਇਹ ਗੱਲਾਂ ਕਰਨ ਲੱਗ ਪੈਂਦੇ ਬਟ ਵੀ ਡੋਂਟ ਡਿਸਕਸ them. We don't like to talk about them. ਪਹਿਲੀ ਆ ਤਾਂ ਲੈਟਸ ਟੱਚ ਔਨ NRI ਮੈਰਿਜਸ। ਆਪਣਾ ਧੀ ਪੁੱਤ ਜਵਾਨ ਹੋ ਜਾਂਦਾ, ਆਪਾਂ ਉਹਨੂੰ ਪੜ੍ਹਾਈ ਦਾ ਲਿਖਾਈ ਦਾ ਵੱਡਾ ਕਰਕੇ ਫਿਰ ਆਪਾਂ ਕਹਿੰਦੇ ਇਹਦਾ ਇੰਡੀਆ ਵਿਆਹ ਕਰ ਦੇਣਾ। Now the question I'm asking is that ਜ਼ਰੂਰੀ ਇਹਦਾ ਇੰਡੀਆ ਵਿਆਹ ਕਰਨਾ? ਇੱਥੇ ਕੁੜੀ ਲੱਭ ਲਓ। ਫਿਰ ਕੋਈ ਕਹਿੰਦਾ ਜੀ ਇੱਥੇ ਕੁੜੀ ਨਹੀਂ ਲੱਭਣੀ, ਇੱਥੇ ਕੁੜੀ ਨਹੀਂ ਸਾਨੂੰ ਲੱਭਦੀ, ਉਹ ਬੋਲਦੀਆਂ ਬਹੁਤ ਆ, ਉਹ ਬਾਹਰ ਜਾਂਦੀਆਂ, ਉਹ ਸ਼ਰਾਬ ਪੀਂਦੀ ਆ, ਉਹਦੇ ਵਾਲ ਕੱਟੇ ਆ, ਉਹਦੇ ਭਰਵੱਟੇ ਮੁੰਨੇ ਹੋਏ ਆ। You get all of these things. On the other hand ਕੁੜੀਆਂ ਕਹਿੰਦੀਆਂ ਮੈਂ ਇਹਨਾਂ ਵਿਆਹ ਨਹੀਂ ਕਰਾਉਣਾ, ਇਹ ਸਰਦਾਰ ਆ, ਇਹਦੀ ਦਾੜੀ ਆ। ਇੱਥੇ ਤੱਕ ਵੀ ਐਕਸਕਿਊਜ਼ ਬਣਾ ਦਿੰਦੀਆਂ ਜਦੋਂ ਰੋਟੀ ਖਾਂਦਾ ਅਤੇ ਇਹਦੀ ਦਾੜੀ ਹਿਲਦੀ ਆ। These are the excuses you get. ਸੋ ਆਹ ਕਈ ਗੱਲਾਂ ਹੁੰਦੀਆਂ। ਸੋ ਦ ਕੁਐਸਚਨ ਇਜ਼ ਦੈਟ ਆਪਾਂ ਇਹ ਕਿਉਂ ਕਰਦੇ ਹਾਂ? Is it important to take our children to India and get them married off there? There's been cases ਜਿਹੜੇ ਮੈਂ ਦੇਖੇ ਆ ਜਿੱਥੇ NRI ਇੱਥੋਂ ਇੰਡੀਆ ਜਾ ਕੇ ਵਿਆਹ ਕਰਾ ਲੈਂਦੇ ਆ। ਵਿਆਹ ਕਰਾ ਕੇ ਅਤੇ ਉਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਵਿਆਹ ਕਰਾਉਣ ਦੀ। ਉਹਨੇ 2-3 ਚੀਜ਼ਾਂ ਹੁੰਦੀਆਂ, ਜਾਂ ਉਹਨਾਂ 'ਤੇ ਘਰਦਿਆਂ ਦਾ ਪ੍ਰੈਸ਼ਰ ਆ ਤੂੰ ਵਿਆਹ ਕਰਾ, ਸੋ ਇੰਡੀਆ ਚਲ ਜਾਂਦਾ ਵਿਆਹ ਕਰਾਉਣ, ਜਾਂ ਉਹ ਕੁੜੀ ਇੰਡੀਆ ਚਲ ਜਾਂਦੀ ਵਿਆਹ ਕਰਾਉਣ। ਉਹਦੀ ਕੋਈ ਇੰਟੈਂਸ਼ਨ ਨਹੀਂ ਹੁੰਦੀ, ਪਰ ਤੁਸੀਂ ਕਿਸੇ ਬੰਦੇ ਦੀ ਲਾਈਫ ਖਰਾਬ ਕਰਨ ਲੱਗੇ ਹੁਣ ਕਿ ਤੁਹਾਡੀ ਕੋਈ ਇੰਟੈਂਸ਼ਨ ਨਹੀਂ ਉਸ ਬੰਦੇ ਨਾਲ ਵਿਆਹ ਕਰਾਉਣ ਦੀ ਜਾਂ ਆਪਣੀ ਲਾਈਫ ਉਹਦੇ ਨਾਲ ਅੱਗੇ ਤੋਰਨ ਦੀ। ਤੁਸੀਂ ਕੀ ਕਰਦੇ ਹੋ? ਤੁਸੀਂ ਸੋਚਦੇ ਚਲੋ ਜੀ ਉਹ ਇੱਥੇ ਆ ਜਾਊਗੀ, ਮੈਂ ਆਪਣੀ ਲਾਈਫ ਜੀ ਲਊਂਗਾ। ਇੱਕ ਕੇਸ ਸੀਗਾ ਜਿੱਥੇ ਮੁੰਡਾ ਉਹ ਹੈਗਾ ਸੀ ਗੇ, ਹੋਮੋਸੈਕਸ਼ੂਅਲ, ਉਹਨੂੰ ਕੁੜੀਆਂ ਦੇ ਵਿੱਚ ਕੋਈ ਧਿਆਨ ਨਹੀਂ ਸੀ, ਉਹਨੂੰ ਮੁੰਡਿਆਂ 'ਚ ਧਿਆਨ ਸੀ, ਪਰ ਉਹਦੇ ਉੱਤੇ ਘਰਦਿਆਂ ਦਾ ਇੰਨਾ ਪ੍ਰੈਸ਼ਰ ਪਿਆ। ਆਹ ਮੈਂ ਤੁਹਾਨੂੰ ਹੱਡ ਬੀਤੀਆਂ ਸੁਣਾ ਰਿਹਾ, ਜੋ ਗੱਲਾਂ ਮੈਂ ਦੇਖੀਆਂ, ਅੱਖੀਂ ਦੇਖੀਆਂ, ਉਹ ਦੱਸ ਰਿਹਾ ਤੁਹਾਨੂੰ। ਉਹਨੂੰ ਇੰਡੀਆ ਲੈ ਗਏ, ਉਹਦਾ ਵਿਆਹ ਕਰਾ ਦਿੱਤਾ, ਪੜ੍ਹੀ ਲਿਖੀ ਕੁੜੀ ਸੀ, ਇੱਥੇ ਆਈ, ਉਹਨੂੰ ਸਾਲ ਬਾਅਦ 6 ਮਹੀਨੇ ਉਹਨੂੰ ਦੱਸਿਆ ਦਾ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਗਾ, ਮੈਂ ਗਿਆ ਅਤੇ ਤੂੰ ਮੇਰੇ ਘਰ ਰਹਿਣਾ ਅਤੇ ਰਹਿ, ਮੇਰੇ ਮਾਂ ਪਿਓ ਦੀ ਸੇਵਾ ਕਰ। ਦੈਟਸ ਆਲ ਆਵਰ ਰਿਲੇਸ਼ਨਸ਼ਿਪ। ਸੋ ਇਫੈਕਟਿਵਲੀ ਹੀ ਇਜ਼ ਬੋਟ ਇਨ ਅ ਕੇਅਰ। ਫਿਰ ਕੁੜੀ ਚਲ ਜਾਂਦੀ ਆ, ਉਹ ਵਿਆਹ ਕਰਾਉਣ ਜਾਂਦੀ ਆ, ਉਹਦਾ ਇੱਥੇ ਕੋਈ ਗੱਲ ਨਹੀਂ ਬਣੀ, ਉਹਨੂੰ ਇੰਡੀਆ ਲੈ ਜਾਂਦੇ ਆ, ਧੱਕੇ ਨਾਲ ਲੈ ਕੇ ਉਹਦੇ ਵਿਆਹ ਕਰ ਦਿੰਦੇ ਆ। ਇਜ਼ ਦੈਟ ਅ ਗੁੱਡ ਥਿੰਗ? ਇਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? Is this how marriage is supposed to be dealt with? Is this what marriages are all about? ਇਹ ਹੋਰ ਕਮਿਊਨਿਟੀਆਂ 'ਚ ਵੀ ਹੁੰਦਾ ਜਾਂ ਸਿਰਫ ਸਾਡੇ 'ਚ ਹੁੰਦਾ? ਗੋਰਿਆਂ 'ਚ ਜਾਂ ਇਜ਼ਰਾਈਲੀਆਂ 'ਚ ਜਾਂ ਕਾਲਿਆਂ 'ਚ, ਉਹਨਾਂ 'ਚ ਵੀ ਹੁੰਦਾ ਜਾਂ ਸਿਰਫ ਸਾਡੇ 'ਚ ਹੁੰਦਾ? We have to pretend to be married but not married from the soul and the mind and for the love. Why are we doing this? ਸੋ ਆਹ ਚੀਜ਼ਾਂ ਕਈ ਵਾਰੀ ਕੀ ਹੁੰਦਾ, ਇੱਥੋਂ ਮੁੰਡਾ ਚਲ ਜਾਂਦਾ, ਉਹਦਾ ਇੱਥੇ ਵਿਆਹ ਨਹੀਂ ਹੁੰਦਾ, ਜੋ ਕਹਿੰਦਾ ਚਲੋ ਜੀ ਮੈਂ ਉੱਥੇ ਜਾ ਕੇ ਵਿਆਹ ਕਰਾਉਂਦਾ, ਇੱਥੇ ਕੁੜੀ ਆਊਗੀ, ਘਰ ਸੰਭਾਲੂਗੀ, ਮੇਰੇ ਮਾਂ ਪਿਓ ਦੀ ਸੇਵਾ ਕਰੂਗੀ, ਉਹ ਬਜ਼ੁਰਗ ਆ, ਉਹ ਕੁੜੀ ਦੇਖਦੀ ਆ ਦਾ ਇਹ 20 ਸਾਲ ਦਾ ਮੇਰੇ ਤੋਂ ਫਰਕ ਆ ਬੰਦੇ ਦਾ, ਪਰ ਚਲੋ ਕੋਈ ਨਹੀਂ ਪਾਸਪੋਰਟ ਤਾਂ ਮਿਲਦਾ। ਉਹਦੀ ਪਹਿਲੋਂ ਕਿਸੇ ਦਿਨ ਅੱਟੀ ਸੱਟੀ ਲੱਗੀ ਹੁੰਦੀ ਆ, ਉਹ ਆ ਕੇ ਇੱਥੇ 6 ਮਹੀਨੇ ਸਾਲ ਰਹੂਗੀ, ਉਹ ਫਿਰ ਉਹ ਆਪਣੇ ਜਿਹੜਾ ਉਹਦੀ ਪਹਿਲੋਂ ਹੀ ਅੱਟੀ ਸੱਟੀ ਲੱਗੀ ਸੀ ਉਹਦੇ ਨਾਲ ਦੌੜ ਜਾਂਦੀ ਆ ਪੱਕੀ ਹੋ ਕੇ। ਇਹ ਚੀਜ਼ਾਂ ਚੰਗੀਆਂ ਨਿੱਗੀਆਂ, ਬਿਕਾਜ਼ ਇਹ ਆਪਣੇ ਕਲਚਰ ਲਈ, ਸਿੱਖੀ ਦੇ ਲਈ ਜਾਂ ਕਿਸੇ ਕਲਚਰ ਲਈ ਚੰਗੀਆਂ ਨਹੀਂ। ਤਾਂ ਕਿਸੇ ਨੂੰ ਧੋਖਾ ਦੇ ਕੇ ਤੁਸੀਂ ਫਰੇਬ ਕਰਕੇ ਤੁਸੀਂ ਉਹਦੇ ਨਾਲ ਵਿਆਹ ਕਰਾਉਣਾ, ਇਹ ਚੰਗੀਆਂ ਚੀਜ਼ਾਂ ਨਹੀਂ। ਇੱਕ ਸੋਚ ਹੈ ਮੇਰੀ, ਜੋ ਮੈਂ ਦੇਖਿਆ, ਜੋ ਮੈਂ ਸੁਣਿਆ। ਬਾਕੀ ਤੁਸੀਂ ਆਪ ਸਿਆਣੇ ਆ, ਆਹ ਨਾ ਕਰੀਏ ਆਪਾਂ, ਆਪਣੇ ਧੀਆਂ ਪੁੱਤਾਂ ਦੀ ਆਪਾਂ ਲਾਈਫ ਇੱਦਾਂ ਨਾ ਖਰਾਬ ਕਰੀਏ, ਇਹ 'ਚ ਕੋਈ ਫਾਇਦਾ ਨਹੀਂ। ਅੱਗੇ ਜਾ ਕੇ ਤਕਲੀਫਾਂ ਹੁੰਦੀਆਂ, ਕੋਰਟ ਕੇਸ ਹੁੰਦੇ ਆ, ਲੜਾਈਆਂ ਹੁੰਦੀਆਂ, ਝਗੜੇ ਹੁੰਦੇ ਆ, ਲੱਖਾਂ ਰੁਪਈਆ ਤੁਸੀਂ ਖਰਚ ਦਿੰਦੇ ਵਿਆਹਾਂ ਦੇ ਉੱਤੇ, ਗਾਉਣ ਵਾਲੇ ਸੱਦ ਕੇ ਅਤੇ ਭੰਗੜੇ ਪਾ ਪੂ ਕੇ, ਸ਼ਰਾਬਾਂ ਪੀ ਕੇ, ਸਾਰਾ ਕੁਛ ਕਰਕੇ, ਯੂ ਨੋ ਇਨ ਦ ਬੈਕ ਆਫ ਯੋਰ ਮਾਈਂਡ ਇਟਸ ਆਲ ਏ ਫੇਕ। ਅਸੀਂ ਫਰੋਡ ਕਰ ਰਹੇ ਹਾਂ, ਇੱਕ ਦੂਜੇ ਨੂੰ ਬੇਵਕੂਫ ਬਣਾ ਰਹੇ ਹਾਂ। ਉਸ ਤੋਂ ਬਾਅਦ ਫਿਰ ਤੁਹਾਡੇ ਕੇਸ ਚੱਲਣ ਲੱਗ ਪੈਂਦੇ ਆ। ਉਹ NRI ਦਾ ਕੇਸ ਕਰ ਦਿੰਦੇ, ਡਾਊਰੀ ਦਾ ਕੇਸ ਪਾ ਦਿੰਦੇ NRI ਦੇ ਉੱਤੇ, NRI ਨੇ ਇੱਥੋਂ ਉਹਨੂੰ ਡੀਪੋਰਟੇਸ਼ਨ ਦਾ ਕੇਸ ਪਾ ਦਿੰਦਾ। Why do all of this? We don't need to.
ਪਹਿਲਾਂ ਹੀ ਉਹੀ ਕੰਮ ਕਰੋ ਜਿਹੜਾ ਵਧੀਆ ਵਾ। ਸੋ ਆਹ ਚੀਜ਼ਾਂ, ਇੱਕ ਆਹ ਟੌਪਿਕ ਸੀਗੀ ਵਿਚ ਵਾਸ ਕਲੋਜ਼ ਟੂ ਮੀ। ਇਹ 'ਚ ਪਲੀਜ਼ ਮੈਨੂੰ ਤੁਸੀਂ ਆਪਣੇ ਜੋ ਵਿਚਾਰ ਹੋਣਗੇ ਦੱਸਿਓ। ਹਾਂਜੀ, ਫਿਰ ਅੱਗੇ ਆ ਗਈ ਗੱਲ ਆਪਣੇ ਜਿਹੜੇ ਭੈਣ ਭਰਾ ਮਿੱਤਰ ਇੰਡੀਆ ਤੋਂ ਆਉਂਦੇ ਨੇ ਸਟੂਡੈਂਟ ਜਾਂ ਇੱਥੇ ਕੰਮ ਕਰਨ, ਉਹਨਾਂ ਨੂੰ ਕੋਈ ਉੱਥੇ ਚਾਰਾ ਨਹੀਂ ਮਿਲਿਆ, ਕੋਈ ਡਾਇਰੈਕਸ਼ਨ ਨਹੀਂ ਮਿਲਿਆ, ਉਹ ਇੱਥੇ ਆ ਗਏ। ਜਦੋਂ ਇੱਥੇ ਆਉਂਦੇ ਉਹਨਾਂ ਨਾਲ ਜੋ ਧੱਕਾ ਹੁੰਦਾ ਅਤੇ ਜੋ ਉਹਨਾਂ ਨਾਲ ਸਲੂਕ ਹੁੰਦਾ, ਇਹ ਨਹੀਂ ਹੋਣਾ ਚਾਹੀਦਾ। ਪਹਿਲੀ ਤਾਂ ਗੱਲ ਆ, ਅਸੀਂ ਉਹਨਾਂ ਨੂੰ ਨਾ ਉਹਨਾਂ ਦੇ ਪਾਏ ਆ ਜੀ, ਕੋਈ ਉਹਨਾਂ ਨੂੰ ਫਰੈਸ਼ੀ ਸਾਦਾ, ਕੋਈ ਫੌਜੀ ਸਾਦਾ, ਕੋਈ ਉਹਨਾਂ ਨੂੰ ਦੇਸੀ ਸਾਦਾ, ਕੋਈ ਫਲਾਨਾ ਇਹ ਨਾਂ ਨਹੀਂ ਪਾਉਣੇ ਚਾਹੀਦੇ। ਆਪਣੇ ਭੈਣ ਭਰਾ ਵਾ, ਆਪਣੇ 'ਚੋਂ ਹੀ ਆਏ ਆ। ਇਟ ਕੁਡ ਹੈਪਨ ਟੂ ਐਨੀਬਾਡੀ ਜਿੱਥੇ ਸਾਨੂੰ ਡਾਇਰੈਕਸ਼ਨ ਨਹੀਂ ਮਿਲਿਆ। ਹੁਣ ਆਪਣਾ ਧੀ ਪੁੱਤ ਆ ਇੱਥੋਂ ਅਮਰੀਕਾ ਚੱਲ ਜਾਵੇ ਜਾਂ ਹੋਰ ਕਿਸੇ ਕੰਟਰੀ ਚੱਲ ਜਾਵੇ ਅਤੇ ਉਹਦੇ ਨਾਲ ਇਹ ਸਲੂਕ ਹੋਵੇ ਤਾਂ ਅਸੀਂ ਕਿੱਦਾਂ ਸੋਚਾਂਗੇ। ਉਹ ਜਦੋਂ ਇੱਥੇ ਆ ਜਾਂਦੇ ਆ, ਸਟੂਡੈਂਟ ਇੱਥੇ ਆਉਂਦਾ, ਜਿਹੜਾ ਸਟੂਡੈਂਟ ਆ ਰਿਹਾ ਉਹ ਮੇਰੀ ਤਾਂ ਇਹੀ ਬੇਨਤੀ ਹੈ, ਪਲੀਜ਼ ਚੈੱਕ ਕਰਕੇ ਆਓ, ਪੈਸੇ ਦੇ ਕੇ ਨਾ ਆਓ ਇੱਥੇ ਕੰਮ ਹੈ ਨਹੀਂ ਗੇ, ਇੱਥੇ ਗਲਤ ਕੰਮਾਂ 'ਚ ਪਾਉਂਗੇ, ਤੁਹਾਡਾ ਐਡਵਾਂਟੇਜ ਟੇਕ ਕਰਨਗੇ ਲੋਕ ਇੱਥੇ ਆਉਂਦੇ, ਕੰਮ ਕਰਦੇ, ਦਿਹਾੜੀਆਂ ਲਾਉਂਦੇ ਆ, 7-7 ਦਿਨ ਕੰਮ ਕਰਦੇ ਨੇ, ਦਿਨ ਰਾਤ ਉਹ ਕੰਮ ਕਰਦੇ ਨੇ, ਅਤੇ ਜਦੋਂ ਤਨਖਾਹ ਵਾਲਾ ਦਿਨ ਆਉਂਦਾ, ਉਹ ਜਿਹੜਾ ਬੰਦਾ ਉਹਨਾਂ ਨੂੰ ਕੰਮ ਦਿੰਦਾ ਉਹ ਕਹਿੰਦਾ ਇਹ ਮਾਰੀ ਜਾਵੇ, ਤਨਖਾਹ ਨਾ ਲੈਣ ਆਵੇ, ਕਰਕੇ ਦੂਜਾ ਫੌਜੀ ਖੜ੍ਹਾ ਹੁੰਦਾ ਕੰਮ ਕਰਨ ਨੂੰ। ਇਹ ਚੰਗੀਆਂ ਗੱਲਾਂ ਨੇਗੀਆਂ। ਇਹ ਸਾਰਿਆਂ ਦੇ ਭੈਣ ਭਰਾ ਵਾ, ਆਪਾਂ ਇਕੱਠੇ ਹਾਂ, ਆਪਾਂ ਪੰਜਾਬੀ ਹਾਂ। ਜ਼ਰੂਰੀ ਨਹੀਂ ਆਪਾਂ ਸਿੱਖ ਨੇ ਸਿੱਖ ਦੀ ਕਰਨੀ ਆ, ਆਪਾਂ ਇੱਕ ਸਿੱਖ ਨੇ ਸਾਰਿਆਂ ਦੀ ਮਦਦ ਕਰਨੀ ਆ, ਇੱਕ ਪੰਜਾਬੀ ਨੇ ਸਾਰਿਆਂ ਦੀ ਮਦਦ ਕਰਨੀ ਆ, ਤਾਂ ਆਪਾਂ ਇੱਕ ਦੂਜੇ ਦੀ ਸਪੋਰਟ ਕਰੀਏ। ਹੁਣ ਜੂਇਸ਼ ਕਮਿਊਨਿਟੀ ਆ, ਤੁਸੀਂ ਜੂਇਸ਼ ਕਮਿਊਨਿਟੀ ਨੂੰ ਲੈ ਲਓ, ਕਿਸੇ ਜੂਇਸ਼ ਬੰਦੇ ਨੂੰ ਕੋਈ ਚੀਜ਼ ਦੀ ਲੋੜ ਹੈ, ਉਹ ਕੀ ਕਰਦੇ ਨੇ, ਉਹ ਆਪਣੇ ਸਿਨੀਗੋਗ 'ਚ ਜਾਂਦਾ, ਸਿਨੀਗੋਗ 'ਚ ਜਾ ਕੇ ਉਹ ਜਿਹੜਾ ਉੱਥੇ ਦਾ ਪ੍ਰਧਾਨ ਆ ਜਾਂ ਉੱਥੇ ਦਾ ਗ੍ਰੰਥੀ ਆ ਉਹਦੇ ਨਾਲ ਗੱਲ ਕਰਦਾ, ਉਹਨਾਂ ਗੱਲ ਕਰਕੇ ਉਹਨੂੰ ਦੱਸਦਾ ਜੀ ਮੈਂ ਆਪਣਾ ਨਵਾਂ ਕਾਰੋਬਾਰ ਖੋਲ੍ਹਣ ਲੱਗਾ, ਮੈਂ ਸਿਨੀਗੋਗ 'ਚ ਆਉਂਦਾ, ਇੰਨੇ ਸਾਲ ਹੋ ਗਏ ਮੈਨੂੰ ਆਉਂਦੇ ਨੂੰ, ਅਤੇ ਤੁਸੀਂ ਮੇਰੀ ਸਪੋਰਟ ਕਰੋ। ਉਹ ਕਹਿੰਦੇ ਗੱਲ ਕੋਈ ਨਹੀਂ। ਉਹ ਕੀ ਕਰਦੇ, ਇੱਕ ਕਾਲੀ ਚਾਦਰ ਵਿਛਾ ਦਿੰਦੇ ਨੇ ਜਦੋਂ ਉਹਨਾਂ ਦਾ ਸਰਵਿਸ ਚੱਲਦਾ ਫਰਾਈਡੇ ਵਾਲੇ ਦਿਨ, ਉਹਦੇ ਵਿੱਚ ਉਹ ਫਿਰ ਅਨਾਊਂਸ ਕਰਦੇ ਨੇ ਕੋਈ ਭੈਣ ਭਰਾ ਵਾ ਉਹਨੇ ਕਾਰੋਬਾਰ ਖੋਲ੍ਹਣਾ, ਆਪਾਂ ਉਹਦੀ ਸਪੋਰਟ ਕਰਨੀ ਆ। ਜਿੰਨਾ ਲੋਕਾਂ ਕੋਲ ਬਣਦਾ ਉਹ ਚਾਦਰ 'ਚ ਪਾ ਦਿੰਦੇ ਆ, ਬੰਨ੍ਹ ਕੇ ਐਂਡ 'ਤੇ ਉਹ ਉਹਨੂੰ ਚਾਦਰ ਦੇ ਦਿੰਦੇ ਨੇ। ਇਹ ਹੋਇਆ ਸਪੋਰਟ। ਆਪਾਂ 2% 2% ਆਪਾਂ ਜੇ ਇੱਕ ਦੂਜੇ ਦੀ ਸਪੋਰਟ ਨਹੀਂ ਕਰ ਸਕਦੇ, ਹੋਰ ਕਿਹਨੇ ਕਰਨੀ ਆ। ਉਹ ਉਹਨਾਂ ਨੂੰ ਪੁੱਛੋ, ਮੈਂ ਅੱਗੇ ਵੀ ਇਹ ਗੱਲ ਕਹੀ ਸੀਗੀ, ਜਿਨ੍ਹਾਂ ਦੇ ਮਾਂ ਪਿਓ ਇੱਥੇ ਪਹਿਲੋਂ ਆਏ ਨੇ, ਜਿਹੜੇ ਇਨ ਦੀ ਅਰਲੀ 50s ਦਾ 40s ਜਿਹੜੇ ਆਏ ਨੇ, ਜਿਨ੍ਹਾਂ ਨੇ ਬਿਸਤਰੇ ਸ਼ੇਅਰ ਕੀਤੇ ਨੇ, ਜਿਹੜੇ ਸ਼ਿਫਟਾਂ ਲੱਗਦੀਆਂ ਹੁੰਦੀਆਂ ਸੀਗੀਆਂ ਅਤੇ ਉਹ ਇੱਕ ਸੌਂਦਾ ਹੁੰਦਾ ਸੀਗਾ ਅਤੇ ਇੱਕ ਕੰਮ 'ਤੇ ਜਾਂਦਾ ਸੀਗਾ, ਦੂਸਰਾ ਆ ਕੇ ਸੌਂਦਾ ਸੀ। ਹਫ਼ਤੇ 'ਚ ਇਹਨਾਂ ਨੇ ਨਹਾਉਣਾ ਬਾਥਾਂ 'ਚ ਜਾ ਕੇ। ਉਹਨਾਂ ਨੂੰ ਪੁੱਛੋ ਤਾਂ ਉਹਨਾਂ ਨੇ ਕੀ ਕੀ ਕੁਰਬਾਨੀਆਂ ਦਿੱਤੀਆਂ ਆਪਣੇ ਦੇ ਲਈ। ਅੱਜ ਸਾਡੇ ਕੋਲ ਸਾਰਾ ਕੁਛ ਆ, ਵੀ ਹੈਵ ਐਵਰੀਥਿੰਗ, ਵੀ ਇੰਜੋਏ ਆਰ ਲਾਈਵਸ, ਵੀ ਗੋ ਆਊਟ ਫॉर ਡਿਨਰ, ਆਪਾਂ ਕਦੀ ਅੱਜ ਜੀ ਚਾਈਨੀਜ਼ ਖਾਣਾ ਅਤੇ ਕਦੀ ਅੱਜ ਅਸੀਂ ਇਟੈਲੀਅਨ ਖਾਣਾ। ਉਹ ਉਦੋਂ ਤਾਂ ਰੋਟੀ ਇੱਕ ਵਾਰੀ, ਦਾਲ ਜਾਂ ਮੀਟ ਇੱਕ ਵਾਰੀ ਬਣਾ ਲੈਂਦੇ ਸੀਗੇ ਘਰ ਦੇ, ਉਹ ਪੂਰਾ ਹਫ਼ਤਾ ਲੰਘਦਾ ਸੀ। ਮੀਟ ਵੀ ਬਣਦਾ ਹੀ ਜਾ ਕੇ ਵੀਕਐਂਡ 'ਤੇ, ਦਾਲ ਅਤੇ ਸਬਜ਼ੀ ਨਾਲ ਕੰਮ ਚੱਲਦਾ ਸੀ। ਹੁਣ ਲਾਈਫ ਇਜ਼ ਗੋਨ ਸੋ ਗੁੱਡ। ਉਹਨਾਂ ਨੇ ਇੱਕ ਦੂਜੇ ਦੀ ਸਪੋਰਟ ਕੀਤੀ ਉਹਨਾਂ ਟਾਈਮਾਂ ਦੇ ਵਿੱਚ। ਉਹਨਾਂ ਨੇ ਜਦੋਂ ਕੋਈ ਰਿਸ਼ਤੇਦਾਰ ਆਇਆ ਉਹਨੂੰ ਕਿਹਾ ਤੂੰ ਕੱਲ੍ਹ ਹੀ ਕੋਈ ਨਹੀਂ, ਤੂੰ ਮੇਰੇ ਕੋਲ ਆ ਕੇ ਰਹਿ, ਮੇਰੀ ਨਾਈਟ ਸ਼ਿਫਟ ਆ, ਤੇਰੀ ਦਿਨ ਦੀ ਆ, ਤੂੰ ਰਾਤ ਨੂੰ ਸੌਂਗਾ, ਮੈਂ ਦਿਨ ਨੂੰ ਸੌਂਗਾ। ਇਹਨੂੰ ਕਹੀਦਾ ਸਪੋਰਟ, ਇਹਨੂੰ ਕਹੀਦਾ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਖੜ੍ਹੇ ਹੋਣਾ। ਹੁਣ ਜੀ ਆ ਫੌਜੀ ਆ ਗਿਆ, ਆ ਫਰੈਸ਼ੀ ਆ ਗਿਆ, ਇਹਨੂੰ ਕੰਮ ਦੇਣਾ ਜੀ, ਰੇਟ ਚੱਲਦਾ 8 ਪਾਉਂਡ ਜਾਂ 10 ਪਾਉਂਡ ਘੰਟਾ, ਤੈਨੂੰ 3 ਮਿਲਣੇ, ਲੈਣਾ ਜਾਂ ਨਹੀਂ ਲੈਣਾ ਤੇਰੀ ਮਰਜ਼ੀ ਭਰਾ। ਇਹ ਇਨਸਾਨੀਅਤ ਨਹੀਂ ਆ। ਮੇਰੀ ਇਹੀ ਬੇਨਤੀ ਆ, ਪਹਿਲੀ ਤਾਂ ਗੱਲ, ਜਿਹੜਾ ਬੰਦਾ ਇੱਥੇ ਆਉਂਦਾ ਆਪਣਾ ਸੋਚ ਸਮਝ ਕੇ ਪੜ੍ਹਿਆ ਲਿਖਿਆ ਵਿਚਾਰ ਕੇ ਆਓ। ਅਤੇ ਜੇ ਤੁਸੀਂ ਆ ਹੀ ਗਏ ਆ, ਅਤੇ ਜਿਹੜੇ ਬੰਦੇ ਆ ਮੁਲਕਾਂ 'ਚ ਬੈਠੇ ਆ, ਆਪਾਂ ਇਹਨਾਂ ਦਾ ਐਡਵਾਂਟੇਜ ਨਾ ਟੇਕ ਕਰੀਏ। ਇਹ ਆਪਣੇ ਭਰਾ ਵਾ, ਆਪਣੀਆਂ ਭੈਣਾਂ ਵਾ, ਅਤੇ ਗਾਂ ਆਪਣੀ ਵੀ ਔਲਾਦ ਆ। ਇਹ ਇੱਕ ਸੋਚਣ ਵਾਲੀ ਗੱਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।